प्यारे विद्यार्थियों, अज की क्लास में तुहाडा स्वागत है। अज असी करांगे वरियाम सिंह संधू की लिखी हुई कहानी अंग संग। तो आओ देखिए इसका सार। करतार सिंह की मौत तो बाद उसका पुत्र अमरीक याद करता है कि कुछ दिन पहला ही उसका भरा उसनूं लैण गया सी, क्योंकि उसका प्यो बीमार सी। दूजे दिन ही उसके प्यो की मौत हो गई। अमरीक एक सरकारी मुलाजम सी। मुलाजम मतलब कर्मचारी। करतार सिंह की मौत तो बाद सारी जिम्मेवारी अमरीक ते आ गई। वो लोग जिन्हां तो करतार सिंह ने कर्जा लिया होया सी, सारे अमरीक कोल आउण लगे। कहण तो भाव है जो करतार सिंह है इस कहानी का पात्र, उसका पुत्र है अमरीक सिंह। जदों हुण अमरीक सिंह के प्यो करतार सिंह की मौत हो जाती है तो सारा कर्जा जिहड़ा अमरीक नूं चुकाउणा पैंदा है, क्योंकि करतार सिंह ने जो कर्जा लिया सी हुण मरण तो बाद उसका कर्ज की जिहड़ी जिम्मेदारी सी वो अमरीक ते आ गई सी ते सारे लोग अमरीक कोलों कर्ज लैण वास्ते वापस आ रहे सन। अमरीक दियां दो भैणां विआहियां होईयां सन अते एक छोटा भरा महिंदर सी जो कि आराम पसंद सी, अते एक छोटी भैण सी जो 7वीं विच पढ़दी सी। अमरीक नूं याद आ रहा सी कि जदों वो छोटा सी ਤਾਂ ਆਪਣੇ ਪਿਓ ਨੂੰ ਬਹੁਤ ਪਿਆਰ ਕਰਦਾ ਸੀ। ਉਸ ਦਾ ਪਿਓ ਬੜਾ ਐਸ਼ੀ ਸੀ। ਉਹ ਬੜੀ ਸ਼ਰਾਬ ਪੀਂਦਾ ਸੀ। ਐਸ਼ੀ ਮਤਲਬ ਐਸ਼ ਪ੍ਰਸਤ ਸੀ ਅਤੇ ਸ਼ਰਾਬ ਵੀ ਬਹੁਤ ਪੀਂਦਾ ਸੀ, ਜਿਸ ਕਰਕੇ ਉਹ ਫਜ਼ੂਲ ਖਰਚੀ ਵੀ ਬਹੁਤ ਕਰਦਾ ਸੀ। ਉਹ ਆਪਣੇ ਪਿਓ ਜੋ ਕਿ ਸਿੰਗਾਪੁਰ ਵਿੱਚ ਸੀ ਦੇ ਪੈਸਿਆਂ 'ਤੇ ਐਸ਼ ਕਰਦਾ ਸੀ। ਉਸ ਦੇ ਮਰਨ ਤੋਂ ਬਾਅਦ ਉਸ ਦੇ ਪਿਓ ਨੂੰ ਥੋੜ੍ਹੀ ਔਖ ਹੋਈ, ਪਰ ਕੰਮ ਉਸਨੇ ਫਿਰ ਵੀ ਕੋਈ ਨਹੀਂ ਕੀਤਾ। नशे कारण दी आदत उसकी होर जोर फड़ती गई। अमरीक नूं याद आया कि उसकी भूआ दियां 2 कुड़ियां दे विआह ते उसका प्यो बन ठण के जाना चाहुंदा सी। कहण तो भाव है इस तो भाव है कि वह खुला पैसा खर्च करके जाना चाहुंदा सी विआह ते, कुड़ियां दे विआह ते खर्च करन वास्ते। पैसे ना होण ते उसने अपनी 2 किले ज़मीन गहने धर दिती। हुण भी इत्थे महिंदर दे प्यो करतार सिंह की गल हो रही है कि जदों उसने अपनियां भैण दी कुड़ियां दे विआह ते जाना सी तो उसने उत्थे खर्च करन वास्ते जो अपनी टौर है वो बरकरार रखण वास्ते अपनी जो ज़मीन है 2 किले वो गहने धर दिती। अमरीक ने छोटे भरा महिंदर नूं तकड़ा होके काम करने लई कहा ਤਾਂ पता लगा कि उसके प्यो ने पौना किला ਜ਼ਮੀਨ अमरीक ਦੀ ਭੈਣ ਦੀ ਸੱਸ ਦੇ ਇਕੱਠ ਤੇ ਗਹਿਣੇ ਪਾ ਦਿੱਤਾ ਸੀ। ਹੁਣ ਵੀ ਅਸੀਂ ਦੇਖਦੇ ਹਾਂ ਇਸ ਕਹਾਣੀ ਦੇ ਵਿੱਚ ਜੋ ਕਰਤਾਰ ਸਿੰਘ ਹੈ ਉਸ ਨੇ ਆਪਣੇ ਜੀਵਨ ਵਿੱਚ ਆਪਣੀ ਐਸ਼ ਦੇ ਕਰਕੇ ਆਪਣੀ ਜੋ ਜ਼ਮੀਨ ਹੈ ਉਹ ਕਿਸੇ ਨਾ ਕਿਸੇ ਤਰ੍ਹਾਂ ਗਹਿਣੇ ਧਾਰ ਦਿੱਤੀ। ਕਹਿਣ ਤੋਂ ਭਾਵ ਹੈ ਜ਼ਮੀਨ ਜਿਹੜੀ ਆ ਉਸਦੀ ਬੇਕਦਰੀ ਕੀਤੀ, ਉਸ ਨੂੰ ਵੇਚਦਾ ਰਿਹਾ, ਜਿਸ ਦਾ ਹਰਜਾਨਾ ਜਿਹੜਾ ਬਾਅਦ ਦੇ ਵਿੱਚ ਅਮਰੀਕ ਨੂੰ ਭੁਗਤਣਾ ਪਿਆ। ਅਤੇ ਉਸਦਾ ਜੋ ਛੋਟਾ ਭਰਾ ਹੈ ਮਹਿੰਦਰ, ਉਹ ਵੀ ਕੋਈ ਕੰਮ ਨਹੀਂ ਸੀ ਕਰਦਾ, ਉਹ ਵੀ ਉਸਦਾ ਕੋਈ ਸਾਥ ਨਹੀਂ ਸੀ ਦਿੰਦਾ। ਅਮਰੀਕ ਨੂੰ ਬਹੁਤ ਗੁੱਸਾ ਆਇਆ ਕਿ ਉਸਦੀ ਮਾਂ ਨੇ ਉਸ ਕੋਲੋਂ ਕਰਜ਼ਿਆਂ ਅਤੇ ਪਿਓ ਦੇ ਨਸ਼ਿਆਂ ਦੀ ਗੱਲ ਲੁਕਾਈ ਹੈ। ਹੁਣ ਇੱਥੇ ਅਸੀਂ ਦੇਖਦੇ ਹਾਂ ਕਿ ਕਰਤਾਰ ਸਿੰਘ ਜਿਹੜਾ ਉਹ ਨਸ਼ੇ ਵੀ ਕਰਦਾ ਸੀ ਅਤੇ ਕਰਜ਼ੇ ਵੀ ਲੈਂਦਾ ਸੀ, ਜਿਹੜੀ ਗੱਲ ਕਿ ਉਸਦੀ ਮਾਂ ਨੇ ਉਹਨਾਂ ਕੋਲੋਂ ਛੁਪਾਈ ਸੀ। ਉਹ ਕਹਿੰਦਾ ਠੀਕ ਹੈ ਜੀ ਕਿ ਜੇ ਉਸਦਾ ਪਿਓ ਜਿੰਦਾ ਹੁੰਦਾ ਤਾਂ ਜਿਹੜੀ 2 ਕਿੱਲੇ ਜ਼ਮੀਨ ਬਚਦੀ ਸੀ ਉਹ ਵੀ ਗਹਿਣੇ ਪੈ ਜਾਂਦੀ। ਇੰਜ ਜਾਪਦਾ ਹੈ ਕਿ ਜਿਵੇਂ ਹੁਣ ਉਹ ਸਾਰੇ ਘਰ ਦੇ ਸਾਈਂ ਦੇ ਵੇਲੇ ਸਿਰ ਤੁਰ ਜਾਣ 'ਤੇ ਸੁਰਖਰੂ ਹੋਏ ਮਹਿਸੂਸ ਕਰ ਰਹੇ ਸਨ। ਸੁਰਖਰੂ ਹੁੰਦਾ ਹੈ ਵੀ ਕਿਸੇ ਜ਼ਿੰਮੇਵਾਰੀ ਨੂੰ ਨਿਭਾ ਕੇ ਮੁਕਤ ਹੋ ਜਾਣਾ। ਆਓ ਹੁਣ ਅਸੀਂ ਕਰਦੇ ਹਾਂ ਇਸ ਪਾਠ ਦੇ ਪ੍ਰਸ਼ਨ ਉੱਤਰ। ਤਾਂ ਪਹਿਲਾ ਪ੍ਰਸ਼ਨ ਜਿਹੜਾ ਹੈ ਕਿ ਇਸ ਕਹਾਣੀ ਵਿੱਚ ਅਜਿਹੀ ਕਿਹੜੀ ਘਟਨਾ ਵਾਪਰੀ ਜਿਸ ਕਾਰਨ ਘਰ ਵਿੱਚ ਹਨੇਰੇ ਵਾਤਾਵਰਨ ਵਰਗੀ ਚੁੱਪੀ ਛਾਈ ਹੋਈ। ਕਰਤਾਰ ਸਿੰਘ ਦੀ ਮੌਤ ਪਿੱਛੋਂ ਉਸ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਪੈ ਗਿਆ ਸੀ। ਸਾਰੀ ਜ਼ਿੰਮੇਵਾਰੀ ਹੁਣ ਕਰਤਾਰ ਸਿੰਘ ਦੇ ਵੱਡੇ ਮੁੰਡੇ ਅਮਰੀਕ 'ਤੇ ਆ ਗਈ ਸੀ। ਅਸਲ ਵਿੱਚ ਸਾਰੇ ਸੋਗੀ ਅਵਸਥਾ ਵਿੱਚ ਸਨ। ਸੋਗੀ ਮਤਲਬ ਸ਼ੋਕ ਦੀ ਅਵਸਥਾ ਵਿੱਚ ਉਦਾਸ ਸਨ ਅਤੇ ਇਸੇ ਘਰ ਵਿੱਚ ਹਨੇਰੇ ਵਾਤਾਵਰਨ ਵਰਗੀ ਚੁੱਪ ਛਾਈ ਹੋਈ ਸੀ। ਤੋ ਪ੍ਰਸ਼ਨ ਨੰਬਰ 2
ਸੁਸਾਇਟੀ ਦੇ ਇੰਸਪੈਕਟਰ ਨੇ ਅਮਰੀਕ ਸਿੰਘ ਨੂੰ ਕਿਸ ਗੱਲ ਦੀ ਰਿਆਇਤ ਦਿੱਤੀ ਅਤੇ ਕਿਉਂ? ਅਮਰੀਕ ਦੇ ਪਿਤਾ ਕਰਤਾਰ ਸਿੰਘ ਨੇ ਸੁਸਾਇਟੀ ਤੋਂ 1650 ਰੁਪਏ ਖਾਦ ਦੇ ਕਰਜ਼ੇ ਵਜੋਂ ਲਏ ਸਨ। ਇਹ ਪੈਸੇ ਕਾਨੂੰਨੀ ਰੂਪ ਵਿੱਚ ਕਰਜ਼ਦਾਰ ਦੀ ਮੌਤ ਪਿੱਛੋਂ ਯਕਮੁਸ਼ਤ ਕਿਸ਼ਤ ਵਿੱਚ ਜਮ੍ਹਾਂ ਕਰਵਾਉਣੇ ਪੈਂਦੇ ਹਨ। ਸੁਸਾਇਟੀ ਦੇ ਇੰਸਪੈਕਟਰ ਨੇ ਉਸ ਨੂੰ 2 ਕਿਸ਼ਤਾਂ ਵਿੱਚ ਪੈਸੇ ਜਮ੍ਹਾਂ ਕਰਾਉਣ ਲਈ ਕਿਹਾ। ਪਹਿਲੀ ਕਿਸ਼ਤ ਲਈ ਉਸਨੇ 15 ਦਿਨ ਦੀ ਮੁਹਲਤ ਦਿੱਤੀ। ਇਹ ਰਿਆਇਤ ਵੀ ਉਸਨੇ ਮੁਲਾਜ਼ਮ ਦਾ ਭਰਾ ਹੋਣ ਦੇ ਨਾਤੇ ਦਿੱਤੀ ਸੀ। ਪ੍ਰਸ਼ਨ 3, ਕਰਤਾਰ ਸਿੰਘ ਦੇ ਛੋਟੀ ਉਮਰੇ ਹੀ ਦੁਨੀਆ ਤੋਂ ਤੁਰ ਜਾਣ ਦੇ ਕੀ ਕਾਰਨ ਸਨ? ਕਰਤਾਰ ਸਿੰਘ ਸ਼ਰਾਬ ਪੀਣ ਦਾ ਆਦੀ ਸੀ। ਉਹ ਅਫੀਮ ਦਾ ਨਸ਼ਾ ਵੀ ਕਰਦਾ ਸੀ। ਇਸ ਤੋਂ ਇਲਾਵਾ ਵੀ ਉਹ ਹੋਰ ਕਈ ਤਰ੍ਹਾਂ ਦੀਆਂ ਨਸ਼ੇ ਦੀਆਂ ਦਵਾਈਆਂ ਖਾਂਦਾ ਸੀ। ਇਹ ਸਾਰਾ ਕੁਝ ਹੀ ਉਸ ਦੇ ਛੋਟੀ ਉਮਰੇ ਦੁਨੀਆ ਤੋਂ ਤੁਰ ਜਾਣ ਦਾ ਕਾਰਨ ਬਣਿਆ। ਪ੍ਰਸ਼ਨ 4, ਬਚਪਨ ਵਿੱਚ ਅਮਰੀਕ ਕਿਹੋ ਜਿਹੇ ਬਾਪ ਦੀ ਕਲਪਨਾ ਕਰਦਾ ਹੈ ਅਤੇ ਕਿਉਂ? ਉੱਤਰ, ਅਮਰੀਕ ਦਾ ਪਿਓ ਉਸ ਨੂੰ ਬਹੁਤ ਪਿਆਰ ਕਰਦਾ ਸੀ। ਉਸ ਦੀ ਸਰੀਰਕ ਬਣਤਰ ਅਜਿਹੀ ਸੀ ਕਿ ਉਹ ਨੌਜਵਾਨ ਹੀ ਜਾਪਦਾ ਸੀ। ਅਮਰੀਕ ਨੂੰ ਜਦ ਵੀ ਕੋਈ ਅਜਨਬੀ ਉਸ ਦੇ ਪਿਤਾ ਬਾਰੇ ਪੁੱਛਦਾ ਤਾਂ ਕਰਤਾਰ ਸਿੰਘ ਨੂੰ ਉਹ ਅਮਰੀਕ ਦਾ ਵੱਡਾ ਭਰਾ ਹੀ ਸਮਝਦਾ। ਅਮਰੀਕ ਨੂੰ ਇਹ ਚੰਗਾ ਨਹੀਂ ਲੱਗਦਾ ਸੀ। ਉਸ ਦੀ ਨਜ਼ਰ ਵਿੱਚ ਸਾਰੇ ਪਿਓਆਂ ਨੂੰ ਸਿਆਣੇ ਅਤੇ ਧੌਲੀ ਦਾੜੀ ਵਾਲੇ ਹੋਣਾ ਚਾਹੀਦਾ ਹੈ। ਧੌਲੀ ਮਤਲਬ ਚਿੱਟੀ। ਪ੍ਰਸ਼ਨ 5, ਅਮਰੀਕ ਦੇ ਦਾਦੇ ਨੇ ਗਹਿਣੇ ਪਈ ਆਪਣੀ ਪੈਲੀ ਨੂੰ ਕਿਵੇਂ ਛੁਡਾਇਆ? ਉੱਤਰ, ਅਮਰੀਕ ਦੇ ਦਾਦੇ ਨੇ ਕਈ ਸਾਲ ਵਿਦੇਸ਼ਾਂ ਵਿੱਚ ਕੰਮ ਕੀਤਾ ਸੀ। ਉਸ ਦਾ ਫਜ਼ੂਲ ਖਰਚੀ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਸੀ। ਉਸਨੇ ਹੌਲੀ-ਹੌਲੀ ਮਿਹਨਤ ਨਾਲ ਪੈਸਾ ਜੋੜ ਕੇ ਗਹਿਣੇ ਪਈ ਸਾਰੀ ਪੈਲੀ ਨੂੰ ਛੁਡਾਇਆ। ਪ੍ਰਸ਼ਨ 6, ਕਰਤਾਰ ਸਿੰਘ ਆਪਣੀ ਭੈਣ ਦੀਆਂ ਕੁੜੀਆਂ ਦੇ ਵਿਆਹ ਦੀ ਚਿੱਠੀ ਆਉਣ 'ਤੇ ਕਿਉਂ ਖਿਝਿਆ ਰਹਿੰਦਾ ਸੀ? ਕਰਤਾਰ ਸਿੰਘ ਦੀ ਭੈਣ ਨੇ ਆਪਣੇ ਭਰਾ ਨੂੰ ਬੰਨ ਠਣ ਕੇ ਆਉਣ ਲਈ ਕਿਹਾ ਸੀ। ਵਾਹੀ ਵਿੱਚੋਂ ਕੁਝ ਬਚਦਾ ਨਹੀਂ ਸੀ। ਪੈਸੇ ਦਾ ਪ੍ਰਬੰਧ ਕੋਈ ਹੋਇਆ ਨਹੀਂ ਸੀ। ਇਸ ਲਈ ਉਹ ਹਰ ਦਮ ਖਿਝਿਆ ਰਹਿੰਦਾ ਸੀ। ਅੱਗੇ ਹੈ ਜੀ ਪ੍ਰਸ਼ਨ ਨੰਬਰ 7, ਉਹ ਪੌਣਾ ਕਿੱਲਾ ਤਾਂ ਪਿਛਲੇ ਸਾਲ ਦਾ ਗਹਿਣੇ ਕਰ ਦਿੱਤਾ ਹੋਇਆ ਹੈ। ਜਗੀਰ ਕੌਰ ਨੇ ਇਹ ਸ਼ਬਦ ਕਿਉਂ ਕਹੇ? ਉੱਤਰ, ਅਮਰੀਕ ਚਾਹੁੰਦਾ ਸੀ ਕਿ ਉਹ ਪੌਣੇ ਕਿੱਲੇ ਵਿੱਚ ਪੱਠੇ ਬੀਜੇ ਜਾਣ। ਪੱਠੇ ਮਤਲਬ ਫਸਲ ਬੀਜੀ ਜਾਵੇ। ਜਗੀਰ ਕੌਰ ਨੇ ਉਸ ਨੂੰ ਦੱਸਿਆ ਕਿ ਪਿਛਲੇ ਸਾਲ ਉਸ ਦੀ ਭੈਣ ਦੀ ਸੱਸ ਦੇ ਇਕੱਠ 'ਤੇ ਜਾਣ ਲਈ ਪੈਸਿਆਂ ਦਾ ਪ੍ਰਬੰਧ ਕਰਨ ਲਈ ਉਹ ਪੌਣਾ ਕਿੱਲਾ ਤਾਂ ਪਿਛਲੇ ਸਾਲ ਦਾ ਗਹਿਣੇ ਕਰ ਦਿੱਤਾ ਹੋਇਆ ਹੈ। ਪ੍ਰਸ਼ਨ 8, ਅਮਰੀਕ ਸਿੰਘ ਨੂੰ ਆਪਣੇ ਘਰਦਿਆਂ ਨਾਲ ਕਿਸ ਗੱਲ ਦਾ ਇਤਰਾਜ਼ ਸੀ? ਉੱਤਰ, ਅਮਰੀਕ ਸਿੰਘ ਨੂੰ ਇਹ ਸਮਝ ਨਹੀਂ ਸੀ ਆ ਰਿਹਾ ਕਿ ਉਸਦੇ ਘਰਦਿਆਂ ਨੇ ਆਪਣੇ ਸਿਰ 'ਤੇ ਇੰਨਾ ਕਰਜ਼ਾ ਕਿਵੇਂ ਚੜ੍ਹਾ ਲਿਆ। ਉਹਨਾਂ ਨੇ ਪੈਸੇ ਕਿੱਥੇ ਵਰਤ ਲਏ। ਉਸ ਨੂੰ ਮਾਂ ਨਾਲ ਵੀ ਇਤਰਾਜ਼ ਸੀ ਕਿ ਉਹ ਸਾਰਾ ਕੁਝ ਉਸ ਕੋਲੋਂ ਲੁਕਾਉਂਦੀ ਰਹੀ। ਉਸਦੇ ਪਿਓ ਦੀਆਂ ਵਿਗੜੀਆਂ ਆਦਤਾਂ ਬਾਰੇ ਵੀ ਉਹ ਅਣਜਾਣ ਸੀ। ਸ਼ੁਕਰੀਆ ਜੀ।